ਹਮਲ ਦੀ ਪ੍ਰੋਪਰ ਸਹੀ ਤਰੀਕੇ ਨਾਲ ਗਰੋਥ ਨਹੀਂ ਹੋ ਰਹੀ ਜਾਂ ਬੱਚਾ ਜਿਹੜਾ ਨਾ ਉਹ ਪੇਟ ਦੇ ਵਿੱਚ ਖਤਮ ਹੋ ਗਿਆ ਹੈ ਜਾਂ ਪ੍ਰੋਪਰ ਸਹੀ ਤਰੀਕੇ ਨਾਲ ਜਿਸ ਤਰ੍ਹਾਂ ਕਰਕੇ ਹਮਲ ਨੂੰ ਚੱਲਣਾ ਚਾਹੀਦਾ ਨਹੀਂ ਚੱਲਣ ਦਿਆ, ਇਹਦੇ ਹਵਾਲੇ ਨਾਲ ਨਾ ਇੱਕ ਬੜੀ ਮਸ਼ਹੂਰ ਗੋਲੀ ਹੈ ਸਾਈਟੋਟੈਕ ਜਿਹੜੀ ਇਸਤੇਮਾਲ ਕੀਤੀ ਜਾਂਦੀ ਹੈ। ਉਸ ਗੋਲੀ ਦੇ ਹਵਾਲੇ ਦੇ ਨਾਲ ਦਰੁਸਤ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਅੱਜ ਦੀ ਇਸ ਛੋਟੀ ਜਿਹੀ ਵੀਡੀਓ ਦੇ ਵਿੱਚ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਹਮਲ ਦੇ ਦੌਰਾਨ ਜਿਹੜੀਆਂ ਪਚੀਦਗੀਆਂ ਨੇ ਔਰ ਅਗਰ ਉਹਦੇ ਵਿੱਚ ਸਾਈਟੋਟੈਕ ਡਾਕਟਰ ਹਜ਼ਰਾਤ ਨੇ ਤੁਹਾਨੂੰ ਲਿਖੀ ਹੈ ਤੇ ਉਹਦੇ ਕੀ ਦਰੁਸਤ ਫਾਇਦੇ ਨੇ, ਕੀ ਉਹਦੇ ਮੁਮਕਿਨ ਸਾਈਡ ਇਫੈਕਟ ਨੇ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸਾਈਟੋਟੈਕ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੇਰਾ ਭਰਾ ਜਾਂ ਭੈਣ ਜਿਹੜਾ ਸਾਈਟੋਟੈਕ ਨੂੰ ਦਰੁਸਤ ਤਰੀਕੇ ਨਾਲ ਸਮਝਣਾ ਚਾਹੁੰਦਾ ਹੈ, ਆਸਾਨ ਅਲਫਾਜ਼ ਦੇ ਨਾਲ ਅੱਜ ਦੀ ਇਸ ਵੀਡੀਓ ਨੂੰ ਲਾਜ਼ਮੀ ਦੇਖ ਲਿਆ ਜੇ, ਇਨਸ਼ਾਅੱਲਾ ਬਹੁਤ ਸਾਰੀ ਮੁਫੀਦ ਮਾਲੂਮਾਤ ਮਿਲੇਗੀ। ਪਹਿਲੇ ਨੰਬਰ ਦੇ ਉੱਤੇ ਸਾਈਟੋਟੈਕ ਮੇਰੀਆਂ ਉਹਨਾਂ ਭੈਣਾਂ ਨੂੰ ਗੋਲੀ ਲਿਖ ਕੇ ਦਿੱਤੀ ਜਾਂਦੀ ਹੈ ਜਿਨ੍ਹਾਂ ਦਾ ਹਮਲ ਗਰੋਥ ਹੀ ਨਹੀਂ ਕਰਦਾ। ਹਮਲ ਠਹਿਰ ਗਿਆ ਲੇਕਿਨ ਪ੍ਰੋਪਰ ਸਹੀ ਤਰੀਕੇ ਨਾਲ ਉਹਦੀ ਗਰੋਥ ਨਹੀਂ ਹੋ ਰਹੀ ਹੁੰਦੀ, ਉਹਦੀ ਵਜ੍ਹਾ ਤੋਂ ਡਾਕਟਰ ਹਜ਼ਰਾਤ ਜਿਹੜੇ ਨੇ ਆਪਣੇ ਮਰੀਜ਼ ਨੂੰ ਸਾਈਟੋਟੈਕ ਲਿਖ ਦਿੰਦੇ ਨੇ। ਹੁਣ ਮੇਰਾ ਕੋਈ ਭੈਣ ਭਰਾ ਆਪਣੀ ਮਰਜ਼ੀ ਦੇ ਨਾਲ ਇਸ ਗੋਲੀ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਨਾ ਕਰਿਆ ਜੇ, ਇਹਦੇ ਫਾਇਦੇ ਘੱਟ ਨੇ ਤੇ ਨੁਕਸਾਨ ਜ਼ਿਆਦਾ ਨੇ। ਵਕਤ ਦੇ ਨਾਲ ਨਾਲ ਐਸੀਆਂ ਪਚੀਦਗੀਆਂ ਬਣਦੀਆਂ ਨੇ ਜਿਹਦੀ ਵਜ੍ਹਾ ਤੋਂ ਫਿਰ ਬੰਦੇ ਨੂੰ ਬੜਾ ਪਛਤਾਣਾ ਪੈਂਦਾ, ਕਿਉਂਕਿ ਇਹਦੀ ਮਕਦਾਰ ਵਜ਼ਨ ਦੇ ਹਿਸਾਬ ਦੇ ਨਾਲ, ਉਮਰ ਦੇ ਹਿਸਾਬ ਦੇ ਨਾਲ, ਬਿਮਾਰੀ ਦੀ ਕੰਡੀਸ਼ਨ ਦੇ ਹਿਸਾਬ ਦੇ ਨਾਲ ਤੈਅ ਕੀਤੀ ਜਾਂਦੀ ਹੈ, ਨਾ ਕਿ ਹਰ ਕੋਈ ਬੰਦਾ ਜਿਵੇਂ ਮਰਜ਼ੀ ਗੋਲੀਆਂ ਫੜੀਆਂ ਤੇ ਫੱਕੇ ਮਾਰਨੇ ਸ਼ੁਰੂ ਕਰ ਦਿੱਤੇ। ਪਹਿਲਾ ਮਸਲਾ ਤੁਹਾਨੂੰ ਮੈਂ ਦੱਸਿਆ ਕਿ ਅਗਰ ਹਮਲ ਦੀ ਗਰੋਥ ਪ੍ਰੋਪਰ ਸਹੀ ਤਰੀਕੇ ਨਾਲ ਨਾ ਹੋ ਰਹੀ ਹੋਵੇ ਤੇ ਉੱਥੇ ਡਾਕਟਰ ਹਜ਼ਰਾਤ ਜਿਹੜੇ ਨੇ ਉਹ ਸਾਈਟੋਟੈਕ ਗੋਲੀ ਲਿਖ ਦਿੰਦੇ ਨੇ। ਦੂਸਰੇ ਨੰਬਰ ਦੇ ਉੱਤੇ ਅਗਰ ਅਲਟਰਾਸਾਊਂਡ ਕਰਵਾਇਆ ਤੇ ਹਮਲ ਦਰੁਸਤ ਜਗ੍ਹਾ ਤੇ ਨਹੀਂ ਠਹਿਰਿਆ ਜਾਂ ਹਮਲ ਜਿਹੜਾ ਉਹ ਨਾਮੁਕੰਮਲ ਹੈ ਤੇ ਉਹਦੇ ਮਾਮਲਾਤ ਨੂੰ ਕਵਰ ਕਰਨ ਵਾਸਤੇ ਜਿਹੜਾ ਨਾ ਡਾਕਟਰ ਹਜ਼ਰਾਤ ਆਪਣੇ ਮਰੀਜ਼ ਨੂੰ ਸਾਈਟੋਟੈਕ ਲਿਖ ਦਿੰਦੇ ਨੇ। ਇਸ ਕੰਡੀਸ਼ਨ ਦੇ ਵਿੱਚ ਵੀ ਸਾਈਟੋਟੈਕ ਆਪਣੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ। ਤੀਸਰੇ ਨੰਬਰ ਦੇ ਉੱਤੇ ਬਹੁਤ ਸਾਰੀਆਂ ਭੈਣਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਜਦੋਂ ਬੱਚੇ ਦੀ ਡਿਲੀਵਰੀ ਹੋ ਜਾਂਦੀ ਹੈ ਨਾ, ਉਸ ਤੋਂ ਬਾਅਦ ਜਿਹੜਾ ਨਾ ਕੁਝ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਹੁੰਦੀ ਹੈ, ਉਹਦੀ ਰਿਕਵਰੀ ਵਾਸਤੇ ਵੀ ਜਿਹੜਾ ਨਾ ਇਹ ਸਾਈਟੋਟੈਕ ਦਾ ਇਸਤੇਮਾਲ ਕਰਵਾਇਆ ਜਾਂਦਾ ਹੈ। ਮੇਰੀ ਕੋਸ਼ਿਸ਼ ਹੋਏਗੀ ਕਿ ਸਾਈਟੋਟੈਕ ਦੇ ਹਵਾਲੇ ਦੇ ਨਾਲ ਐਸੀਆਂ ਯੂਨੀਕ ਕਿਸਮ ਦੀਆਂ ਮੁਨਫਰਦ ਜਿਹੜੀ ਮਾਲੂਮਾਤ ਹੈ ਜਿਹੜੀਆਂ ਆਮ ਤੁਹਾਨੂੰ ਨਹੀਂ ਮਿਲੇਗੀਆਂ, ਨਾ ਹੀ ਸਾਡੇ ਕੋਈ ਡਾਕਟਰ ਭਰਾ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਦੇ ਨੇ। ਮੇਰੀ ਕੋਸ਼ਿਸ਼ ਹੈ ਕਿ ਖੁੱਲੇ ਡੁੱਲੇ ਲਫ਼ਜ਼ਾਂ ਦੇ ਨਾਲ ਤੁਹਾਡੇ ਨਾਲ ਇਹ ਮਾਮਲਾ ਸਾਰੇ ਕਲੀਅਰ ਕਰਦਾ। ਫਿਰ ਵੀ ਮੈਂ ਜਿਹੜੀ ਮਾਲੂਮਾਤ ਦਿਆਂਗਾ, ਇਸ ਤੋਂ ਇਲਾਵਾ ਵੀ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਹੋਵੇ ਤਾਂ ਕਮੈਂਟ ਦੇ ਵਿੱਚ ਲਿਖਿਆ ਜੇ, ਮੈਂ ਇਨਸ਼ਾਅੱਲਾ ਤੁਹਾਨੂੰ ਜ਼ਰੂਰ ਉਹਦਾ ਰਿਪਲਾਈ ਦਿਆਂਗਾ। ਚੌਥੇ ਨੰਬਰ ਦੇ ਉੱਤੇ ਜਨਾਬ ਕੋਈ ਇਸ ਤਰ੍ਹਾਂ ਦਾ ਬੱਚਾ ਯਾਨੀ ਕਿ ਜਿਹੜਾ ਹਮਲ ਦੇ ਦੌਰਾਨ ਅੰਦਰ ਹੀ ਖਤਮ ਹੋ ਗਿਆ ਤੇ ਉਹਦੇ ਅਖਰਾਜ ਕਰਨ ਵਾਸਤੇ ਜਿਹੜਾ ਨਾ ਇਹ ਸਾਈਟੋਟੈਕ ਦਾ ਇਸਤੇਮਾਲ ਕਰਵਾਇਆ ਜਾਂਦਾ ਹੈ। ਲੇਕਿਨ ਗੱਲ ਉਹੀ ਹੈ ਕਿ ਮਰੀਜ਼ ਦੀ ਕੰਡੀਸ਼ਨ ਸਾਰੇ ਮਾਮਲਾਤ ਨੂੰ ਵੇਖ ਕੇ ਫਿਰ ਹੀ ਡਾਕਟਰ ਜਿਹੜਾ ਨਾ ਉਹ ਤੈਅ ਕਰਦਾ ਹੈ ਕਿ ਮਰੀਜ਼ ਨੂੰ ਅਸੀਂ ਸਾਈਟੋਟੈਕ ਕਿੰਨੀ ਦੇਣੀ ਹੈ। ਪੰਜਵੇਂ ਨੰਬਰ ਦੇ ਉੱਤੇ ਅਲਸਰ ਵਾਸਤੇ ਮੇਰੇ ਕਿਸੇ ਭੈਣ ਦੇ ਭਰਾ ਦੇ ਯਾਨੀ ਕਿ ਮਰਦ ਹਜ਼ਰਾਤ ਵੀ ਸਾਈਟੋਟੈਕ ਨੂੰ ਇਸ ਮਸਲੇ ਵਾਸਤੇ ਇਸਤੇਮਾਲ ਕਰ ਸਕਦੇ ਨੇ ਜਿਨ੍ਹਾਂ ਦੇ ਨਾ ਅੰਦਰ ਕੋਈ ਜ਼ਖਮ ਬਣ ਗਏ ਨੇ। ਅਲਸਰ ਦਾ ਮਸਲਾ ਹੈਗਾ ਨਾ, ਉਹਨਾਂ ਜ਼ਖਮਾਂ ਦੀ ਰਿਕਵਰੀ ਵਾਸਤੇ ਅੰਦਰ ਜਿਹੜੇ ਮਾਮਲਾਤ ਨੇ ਨਾ ਉਹਦੇ ਵਾਸਤੇ ਵੀ ਇਸ ਗੋਲੀ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਤੇ ਓਵਰਡੋਜ਼ ਨਹੀਂ ਲੈਣੀ ਕਿਉਂਕਿ ਇਹਦੇ ਕੁਝ ਸਾਈਡ ਇਫੈਕਟ ਵੀ ਹੁੰਦੇ ਨੇ। ਹੁਣ ਮੈਂ ਇਹਦੇ ਤੁਹਾਨੂੰ ਕੁਝ ਸਾਈਡ ਇਫੈਕਟ ਦੱਸਾਂਗਾ। ਸਾਈਡ ਇਫੈਕਟ ਜਿਹੜੇ ਨੇ ਜਨਾਬ ਉਹ ਹੈਗੇ ਨੇ ਕਿ ਇਹਦੇ ਨਾਲ ਨਾ ਬਹੁਤ ਸ਼ਦੀਦ ਕਿਸਮ ਦੀ ਬਲੀਡਿੰਗ ਹੋ ਸਕਦੀ ਹੈ, ਲਿਹਾਜ਼ਾ ਡੋਜ਼ ਦੇ ਅੰਦਰ ਇਹਤਿਆਤ ਵਰਤਣੀ ਹੈ, ਕੋਈ ਵਾਧਾ ਘਾਟਾ ਨਹੀਂ ਹੋਣਾ ਚਾਹੀਦਾ। ਦੂਸਰੇ ਨੰਬਰ ਦੇ ਉੱਤੇ ਇਹਦੇ ਨਾਲ ਇਹਦੇ ਸਾਈਡ ਇਫੈਕਟ ਦੇ ਵਿੱਚ ਇਹ ਚੀਜ਼ ਵੀ ਸ਼ਾਮਲ ਹੈ ਕਿ ਅਗਰ ਇਸ ਗੋਲੀ ਦਾ ਸਾਈਡ ਇਫੈਕਟ ਹੋ ਜਾਏ, ਮਰੀਜ਼ ਨੂੰ ਮਾਫਕ ਨਾ ਆਵੇ ਯਾਨੀ ਕਿ ਗੋਲੀ ਲੜ ਜਾਵੇ ਤੇ ਇਹਦੇ ਨਾਲ ਜਨਾਬ ਪੇਟ ਦੇ ਵਿੱਚ ਸ਼ਦੀਦ ਕਿਸਮ ਦੀ ਦਰਦ ਆ ਸਕਦੀ ਹੈ। ਮਰਦ ਔਰਤ ਕੋਈ ਵੀ ਹੋਵੇ, ਸ਼ਦੀਦ ਕਿਸਮ ਦੇ ਮਰੋੜ ਹੋ ਸਕਦੇ ਨੇ, ਮਤਲੀ ਦੀ ਸ਼ਿਕਾਇਤ ਹੋ ਸਕਦੀ ਹੈ, ਕਹਿ ਆ ਸਕਦੀ ਹੈ ਯਾਨੀ ਕਿ ਉਲਟੀ ਆ ਸਕਦੀ ਹੈ। ਇਹ ਇਹਦੇ ਸਾਈਡ ਇਫੈਕਟ ਦੇ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਇਹਦੇ ਸਾਈਡ ਇਫੈਕਟ ਦੇ ਵਿੱਚ ਇਹ ਚੀਜ਼ ਵੀ ਸ਼ਾਮਲ ਹੈ ਕਿ ਮਰੀਜ਼ ਨੂੰ ਸ਼ਦੀਦ ਕਿਸਮ ਦੇ ਚੱਕਰ ਆਉਣਗੇ, ਬੇਹੋਸ਼ ਵੀ ਹੋ ਸਕਦਾ ਹੈ, ਲਿਹਾਜ਼ਾ ਇਹਤਿਆਤ ਕਰਨ ਦੀ ਜ਼ਰੂਰਤ ਹੈ। ਇਹਦੇ ਸਾਈਡ ਇਫੈਕਟ ਦੇ ਵਿੱਚ ਇਹ ਚੀਜ਼ ਵੀ ਸ਼ਾਮਲ ਹੈ ਕਿ ਬੁਖਾਰ ਹੋ ਜਾਂਦਾ ਹੈ। ਅਗਰ ਕਿਸੇ ਭੈਣ ਭਰਾ ਨੇ ਇਸ ਗੋਲੀ ਨੂੰ ਇਸਤੇਮਾਲ ਕੀਤਾ ਹੈ ਔਰ ਇਸਤੇਮਾਲ ਕਰਨ ਤੋਂ ਬਾਅਦ ਜਿਹੜੀਆਂ ਸੂਰਤ ਹਾਲਾਂ ਮੈਂ ਤੁਹਾਨੂੰ ਦੱਸੀਆਂ ਨੇ, ਇਹਨਾਂ ਦੇ ਵਿੱਚੋਂ ਅਗਰ ਕੋਈ ਵੀ ਮਸਲਾ ਬਣਦਾ ਪਿਆ ਤੇ ਫੌਰਨ ਤੋਂ ਵੀ ਪਹਿਲਾਂ ਇਸ ਗੋਲੀ ਨੂੰ ਛੱਡ ਦਿਓ ਤੇ ਆਪਣੇ ਕਰੀਬੀ ਫਾਰਮਾਸਿਸਟ ਦੇ ਡਾਕਟਰ ਦੇ ਨਾਲ ਲਾਜ਼ਮੀ ਰਜੂ ਕਰਿਆ ਜੇ। ਤੇ ਗੱਲ ਆਖਰ ਦੇ ਉੱਤੇ ਮੈਂ ਫਿਰ ਉਹੀ ਕਰ ਰਿਹਾ ਕਿ ਆਪਣੀ ਮਰਜ਼ੀ ਨਾਲ ਇਸ ਗੋਲੀ ਨੂੰ ਇਸਤੇਮਾਲ ਨਹੀਂ ਕਰਨਾ। ਇਹਦੀ ਮਕਦਾਰ ਜਿਹੜੀ ਹੈ ਨਾ ਉਹ ਜ਼ਿਆਦਾਤਰ 100 ਮਾਈਕਰੋਗ੍ਰਾਮ ਤੇ 200 ਮਾਈਕਰੋਗ੍ਰਾਮ ਦੇ ਵਿੱਚ ਮਾਰਕੀਟ ਦੇ ਵਿੱਚ ਮਿਲ ਜਾਂਦੀ ਹੈ। ਹੁਣ ਆਖਰ ਦੇ ਉੱਤੇ ਮੈਂ ਇਸ ਗੋਲੀ ਦੇ ਹਵਾਲੇ ਦੇ ਨਾਲ ਨਾ ਇੱਕ ਬੜੀ ਜ਼ਰੂਰੀ ਗੱਲ ਕਰ ਲੱਗਾ, ਉਹ ਇਹ ਹੈਗੀ ਹੈ ਕਿ ਇਸ ਗੋਲੀ ਦੇ ਇਸਤੇਮਾਲ ਦੀ ਵਜ੍ਹਾ ਤੋਂ ਨਾ ਹਮਲ ਦੀ ਜਿਹੜੀ ਥੈਲੀ ਹੈ ਨਾ ਉਹ ਸੁੱਕੜ ਜਾਂਦੀ ਹੈ। ਅਗਰ ਮੇਰੀ ਕਿਸੇ ਭੈਣ ਨੇ ਇਸ ਗੋਲੀ ਨੂੰ ਆਪਣੀ ਮਰਜ਼ੀ ਨਾਲ ਇਸਤੇਮਾਲ ਕਰ ਲਿਆ ਤੇ ਨੈਕਸਟ ਜਿਹੜਾ ਨਾ ਪ੍ਰੈਗਨੈਂਸੀ ਠਹਿਰਨਾ ਬੜਾ ਔਖਾ ਹੋ ਜਾਂਦਾ ਹੈ। ਅਗਰ ਤੁਸੀਂ ਇਸ ਗੋਲੀ ਨੂੰ
ਇਸਤੇਮਾਲ ਕੀਤਾ ਹੈ ਆਪਣੇ ਹਮਲ ਦੇ ਕਿਸੇ ਵੀ ਰਿਲੇਟਡ, ਕਿਉਂਕਿ ਇਹਦੇ ਨਾਲ ਹਮਲ ਦੀ ਥੈਲੀ ਜਿਹੜੀ ਸੁੱਕੜ ਜਾਂਦੀ ਹੈ। ਫਿਰ ਇੱਕ ਗੱਲ ਹੋਰ, ਬਹੁਤ ਸਾਰੇ ਜਿਹੜੇ ਸਾਡੇ ਛੋਟੇ ਛੋਟੇ ਭੈਣਾਂ ਭਰਾ ਨਾ ਜਿਹੜੇ ਕੋਈ ਇੱਧਰ ਉੱਧਰ ਖੇ ਖਾਂਦੇ ਨੇ, ਮੂੰਹ ਮਾਰ ਲੈਂਦੇ ਨੇ, ਤੇ ਫਿਰ ਬਾਅਦ ਦੇ ਵਿੱਚੋਂ ਉਹ ਅਗਰ ਪ੍ਰੈਗਨੈਂਸੀ ਹੋ ਗਈ ਤਾਂ ਉਹਨੂੰ ਰਿਮੂਵ ਕਰਨ ਵਾਸਤੇ ਇਸ ਗੋਲੀ ਦਾ ਇਸਤੇਮਾਲ ਕਰ ਲੈਂਦੇ ਨੇ। ਮੈਂ ਆਪਣੀ ਭੈਣਾਂ ਨੂੰ ਖਾਸ ਤੌਰ ਦੇ ਉੱਤੇ ਗੱਲ ਕਹਾਂਗਾ ਕਿ ਚਲੋ ਜੀ ਤੁਸੀਂ ਚਵਲ ਮਾਰ ਲਈ, ਕੁਛ ਕੰਮ ਇਸ ਤਰ੍ਹਾਂ ਦਾ ਕਰ ਲਿਆ, ਲੇਕਿਨ ਨੈਕਸਟ ਤੁਸੀਂ ਆਪਣੀ ਜ਼ਿੰਦਗੀ ਦੇ ਨਾਲ ਇਸ ਗੋਲੀ ਨੂੰ ਆਪਣੀ ਮਰਜ਼ੀ ਨਾਲ ਖਾ ਕੇ ਤੇ ਖੇਲਣ ਜਾ ਰਹੀਆਂ ਜੇ, ਤੇ ਫਿਰ ਜਿਹੜੇ ਮਸਲੇ ਮਸਾਇਲ ਬਣਨੇ ਨੇ ਉਹ ਤੁਹਾਡੇ ਨਾਲ ਬਣਨੇ ਨੇ। ਤੁਹਾਡੇ ਨਾਲ ਜਿਹੜਾ ਮਿਲਣ ਵਾਲਾ ਨਾ ਉਹਨੇ ਤਾਂ ਪਤਾ ਨਹੀਂ ਤੁਹਾਡੇ ਅਗਲੇ ਦਿਨ ਵੀ ਮੱਥੇ ਲੱਗਣਾ ਕਿ ਨਹੀਂ ਲੱਗਣਾ, ਲੇਕਿਨ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਤੁਸੀਂ ਖਰਾਬੀਆਂ ਪਾਓਗੇ ਕਿ ਜਨਾਬ ਨੈਕਸਟ ਹੋ ਸਕਦਾ ਕਿ ਤੁਹਾਡੀ ਪ੍ਰੈਗਨੈਂਸੀ ਹੋਵੇ ਹੀ ਨਾ। ਸ਼ਾਦੀ ਤੋਂ ਬਾਅਦ ਜਿਹੜੇ ਮਸਲੇ ਮਸਾਇਲ ਬਣਨੇ ਨੇ ਉਹ ਅਲੱਗ ਨੇ। ਇੱਕ ਲੰਮਾ ਚੌੜਾ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਪ੍ਰੈਸ਼ਰ ਆਉਣ ਵਾਲਾ ਹੈ, ਇੱਕ ਯਾਨੀ ਕਿ ਐਨਜ਼ਾਈਟੀ ਦਾ ਮਸਲਾ ਬਣੇਗਾ, ਡਿਪਰੈਸ਼ਨ ਦੇ ਜਿਹੜੇ ਤੁਸੀਂ ਮਾਮਲਾਤ ਵੇਖਣੇ ਨੇ ਉਹ ਤੁਸੀਂ ਵੇਖਣੇ ਨੇ, ਤੁਹਾਡੇ ਯਾਰ ਨੇ ਨਹੀਂ ਵੇਖਣੇ। ਲਿਹਾਜ਼ਾ ਇਸ ਤਰ੍ਹਾਂ ਦੀ ਕੋਈ ਵੀ ਗੋਲੀ ਹੈ ਅਗਰ ਖਾਣੀ ਹੈ ਤੇ ਆਪਣੇ ਕਰੀਬੀ ਫਾਰਮਾਸਿਸਟ ਜਾਂ ਡਾਕਟਰ ਹਜ਼ਰਾਤ ਦੇ ਰਾਬਤੇ ਦੇ ਨਾਲ ਪ੍ਰੋਪਰ ਚੈੱਕਅਪ ਕਰਵਾ ਕੇ, ਪ੍ਰੋਪਰ ਅਲਟਰਾਸਾਊਂਡ ਕਰਵਾ ਕੇ, ਜਿਹੜੇ ਇਹਦੇ ਰਿਲੇਟਡ ਜ਼ਰੂਰੀ ਟੈਸਟ ਨੇ ਉਹ ਕਰਵਾ ਕੇ, ਤੇ ਫਿਰ ਇਸ ਗੋਲੀ ਦੀ ਮਕਦਾਰ ਜਿਹੜੀ ਹੈ ਨਾ ਉਹ ਵਜ਼ਨ ਦੇ ਹਿਸਾਬ ਦੇ ਨਾਲ, ਬਿਮਾਰੀ ਦੀ ਕੰਡੀਸ਼ਨ ਦੇ ਹਿਸਾਬ ਦੇ ਨਾਲ, ਉਮਰ ਦੇ ਨਾਲ, ਸਾਰੇ ਮਾਮਲਾਤ ਨੂੰ ਦੇਖ ਕੇ ਤੇ ਫਿਰ ਤੈਅ ਕੀਤੀ ਜਾਂਦੀ ਹੈ। ਐਵੇਂ ਆਪਣੀ ਮਰਜ਼ੀ ਨਾਲ ਗੋਲੀ ਫੜ ਕੇ ਫੱਕਾ ਮਾਰ ਕੇ ਖਾਣੀ ਨਹੀਂ ਸ਼ੁਰੂ ਕਰ ਦੇਣੀ। ਦੁਆਵਾਂ ਦੀ ਦਰਖਾਸਤ ਹੋਏਗੀ, ਅਗਰ ਮੇਰੇ ਕਿਸੇ ਭੈਣ ਭਰਾ ਦੇ ਜ਼ਿਹਨ ਦੇ ਵਿੱਚ ਇਸ ਗੋਲੀ ਦੇ ਹਵਾਲੇ ਦੇ ਨਾਲ ਕੋਈ ਵੀ ਸਵਾਲ ਚੱਲਦਾ ਹੋਵੇ ਤੇ ਬੇਫਿਕਰ ਹੋ ਕੇ ਕਮੈਂਟ ਦੇ ਵਿੱਚ ਲਿਖ ਦਿਆ ਜੇ। ਮੇਰੀ ਕੋਸ਼ਿਸ਼ ਹੋਏਗੀ ਕਿ ਜਲਦ ਤੁਹਾਨੂੰ ਉਹਦਾ ਦਰੁਸਤ ਜਿਹੜਾ ਮੁਨਾਸਬ ਰਿਪਲਾਈ ਦਿਆਂਗਾ। ਇਸ ਗੋਲੀ ਦੇ ਵਿੱਚ ਹੁੰਦਾ ਹੈ ਮਿਸੋਪ੍ਰੋਟੋਲ। ਅੱਛਾ, ਇਹ ਮਿਲੀਗ੍ਰਾਮ 'ਚ ਨਹੀਂ ਹੁੰਦਾ, ਮਾਈਕਰੋਗ੍ਰਾਮ 'ਚ ਹੁੰਦਾ। ਦੀਗਰ ਅਦਰ ਬ੍ਰਾਂਡ ਦੇ ਵਿੱਚ ਵੀ ਇਹ ਚੀਜ਼ ਮੌਜੂਦ ਹੁੰਦੀ ਹੈ। ਅਗਰ ਕਿਸੇ ਹੋਰ ਵੀ ਕੰਪਨੀ ਦੇ ਵਿੱਚ ਤੁਸੀਂ ਇਸ ਗੋਲੀ ਨੂੰ ਖਾਂਦੇ ਹੋ ਤੇ ਫਿਰ ਸਮਝ ਲਿਆ ਜੇ ਕਿ ਉਹ ਵੀ ਗੋਲੀ ਇਹੋ ਚੀਜ਼ ਹੈ ਕਿ ਨਾ ਕਿ ਤੁਸੀਂ ਸਮਝੋ ਕਿ ਜਨਾਬ ਇਹ ਥੋੜੀ ਜਿਹੀ ਮਹਿਫੂਜ਼ ਹੈ ਤੇ ਇਹ ਜ਼ਿਆਦਾ ਖਤਰਨਾਕ ਹੈ। ਕਿਸੇ ਵੀ ਕਿਸਮ ਦਾ, ਕਿਸੇ ਵੀ ਹਲਕੀ ਕੰਪਨੀ ਦਾ, ਕਿਸੇ ਅੱਛੀ ਕੰਪਨੀ ਦਾ ਕੋਈ ਵੀ ਬ੍ਰਾਂਡ ਹੋਵੇ, ਅਗਰ ਉਹਦੇ ਵਿੱਚ ਮਿਸੋਪ੍ਰੋਟੋਲ ਹੈ ਤੇ ਸਮਝ ਲਿਆ ਜੇ ਕਿ ਸੇਮ ਫਾਰਮੂਲਾ ਹੈ, ਉਹਦੇ ਸੇਮ ਸਾਈਡ ਇਫੈਕਟ ਨੇ, ਸੇਮ ਉਹਦੇ ਫਵਾਇਦ ਨੇ, ਸੇਮ ਤਰੀਕਾਕਾਰ ਹੈ। ਲਿਹਾਜ਼ਾ ਕੋਈ ਹੋਰ ਗੋਲੀ ਸਮਝ ਗਏ ਤੇ ਗਲਤੀ ਨਾ ਖਾਇਆ ਜੇ। ਬ੍ਰੈਕਟ ਉੱਤੇ ਗੋਲੀ ਦਾ ਨਾਮ, ਥੱਲੇ ਬ੍ਰੈਕਟ ਦੇ ਵਿੱਚ ਮਿਸੋਪ੍ਰੋਟੋਲ ਪੜ੍ਹ ਲਿਆ ਜੇ ਤੇ ਫਿਰ ਸੋਚ ਲਿਆ ਜੇ ਜ਼ਰਾ ਖਾਣ ਤੋਂ ਪਹਿਲੇ। ਕੋਈ 2-3 ਬ੍ਰਾਂਡਾਂ ਦਾ ਨਾਮ ਲੈ ਲੈਣਾ। ਬਰੀਕੀ ਗੋਲੀ ਬੜੀ ਮਸ਼ਹੂਰ ਗੋਲੀ ਹੈ ਸਾਮੀ ਫਾਰਮਾ ਦੀ, ਸੇਮ ਇਹੋ ਫਾਰਮੂਲਾ ਜੇ। ਐਸਟੀਮੋਮ ਗੋਲੀ ਜ਼ਾਫਾ ਦੀ ਸੇਮ ਗੋਲੀ ਜੇ, ਸੇਮ ਫਾਰਮੂਲਾ ਹੈ। ਇਸ ਤੋਂ ਇਲਾਵਾ ਇੱਕ ਪਲਾਟੀਨੀਅਮ ਦੀ ਗੋਲੀ ਮਿਸੋਪ੍ਰੈਸ। ਕਈ ਗੋਲੀਆਂ ਹੋਰ ਵੀ ਹੈ ਨੇ ਜਿਹੜੀਆਂ ਗੱਲ ਉਹੀ ਮੁੱਕ ਜਾਂਦੀ ਹੈ ਕਿ ਫਾਰਮੂਲਾ ਵੇਖ ਲਿਆ ਜੇ ਤੇ ਐਵੇਂ ਅਲੱਗ ਗੋਲੀ ਸਮਝ ਕੇ ਤੇ ਕੋਈ ਉਹਦੇ ਫਾਰਮੂਲੇਸ਼ਨ ਦੇ ਵਿੱਚ ਫਰਕ ਪਾ ਕੇ ਆਪਣੇ ਹਿਸਾਬ ਦੇ ਨਾਲ ਨਾ ਖਾਣੀ ਸ਼ੁਰੂ ਕਰ ਦਿਆ ਜੇ। ਅਗਰ ਮੇਰੇ ਕਿਸੇ ਭੈਣ ਭਰਾ ਨੂੰ ਪੰਜਾਬੀ ਦੇ ਵਿੱਚ ਕਿਸੇ ਵੀ ਦਵਾਈ ਦੇ ਹਵਾਲੇ ਦੇ ਨਾਲ ਕੋਈ ਮਾਲੂਮਾਤ ਚਾਹੀਦੀਆਂ ਹੋਣ ਤਾਂ ਸਾਡੀ ਟੀਮ ਦਾ ਲਾਜ਼ਮੀ ਹਿੱਸਾ ਬਣਿਆ ਜੇ, ਕਿਉਂਕਿ ਅਸੀਂ ਪੰਜਾਬੀ ਜ਼ਬਾਨ ਦੇ ਵਿੱਚ ਆਪਣੀ ਉਸ ਆਵਾਮ ਨੂੰ ਅਵੇਅਰਨੈਸ ਦੇਣ ਦੀ ਕੋਸ਼ਿਸ਼ ਕਰਨੇ ਆ ਕਿ ਜਿਨ੍ਹਾਂ ਨੂੰ ਜ਼ਿਆਦਾਤਰ ਦਵਾਈਆਂ ਦੇ ਹਵਾਲੇ ਨਾਲ ਨਹੀਂ ਪਤਾ। ਅਗਰ ਮੇਰੇ ਕਿਸੇ ਭੈਣ ਭਰਾ ਨੂੰ ਮਾਸ਼ਾਅੱਲਾ ਅੱਲਾ ਨੇ ਬੜਾ ਇਲਮ ਦਿੱਤਾ ਹੈ, ਬੜੇ ਸਮਝਦਾਰ ਨੇ, ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਜ਼ਿੰਦਗੀ ਨੂੰ ਇੰਜੋਏ ਕਰੋ ਤੇ ਰੱਬ ਰੱਖਾ। ਚੈਨਲ ਨੂੰ, ਅਕਾਊਂਟ ਨੂੰ ਫਾਲੋ ਕਰ ਲਿਆ ਜੇ, ਵੀਡੀਓ ਨੂੰ ਸ਼ੇਅਰ ਕਰਿਆ ਜੇ, ਲਾਈਕ ਕਰਿਆ ਜੇ, ਸਬਸਕ੍ਰਾਈਬ ਕਰ ਲਿਆ ਜੇ। ਰੱਬ ਰੱਖਾ। अस्सलाम वालेकुम वरहमतुल्लाहि वबरकातुहू।